ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੀ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਤੇ। ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਤੋਂ ਪਹਿਲਾਂ ਨੌਜਵਾਨ ਦਾ ਕਤਲ। ਦਿੱਲੀ ਧਰਨੇ ਤੋਂ ਵਾਪਸ ਪਰਤ ਰਹੇ ਕਿਸਾਨਾਂ ਦੀ ਸੜਕ ਹਾਦਸੇ ਵਿੱਚ ਮੌਤ। 20 ਦਸੰਬਰ ਨੂੰ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ। ਅੰਮ੍ਰਿਤਸਰ ਵਿੱਚ 40 ਲੱਖ ਕੀਮਤ ਦੀਆਂ ਨਸ਼ੀਲੀਆਂ ਗੋਲੀਆਂ ਸਮੇਤ 3 ਨਸ਼ਾ ਤਸਕਰ ਕਾਬੂ। ਤੇ ਲੁਧਿਆਣਾ ਪਹੁੰਚੇ ਬਲਬੀਰ ਸਿੰਘ ਸਿੱਧੂ, ਕਿਹਾ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਅਹਿਮ ਖਬਰਾਂ। ਸੁਲਤਾਨਪੁਰ ਲੋਧੀ ਵਿੱਚ ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਕੁਝ ਘੰਟੇ ਪਹਿਲਾਂ ਹੀ ਇੱਕ ਨਵ ਵਿਆਹੀ ਦਾ ਸੁਹਾਗ ਉਜਾੜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਰਾਤ ਸਮੇਂ ਢਾਬੇ ਉੱਤੇ ਖਾਣਾ ਖਾਣ ਸਮੇਂ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਨੂੰ ਕਾਰ ਨਾਲ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਰਵਿੰਦਰ ਕੁਮਾਰ ਰਿੱਕੀ ਦੇ ਤੌਰ ਤੇ ਹੋਈ ਹੈ। ਰਿੱਕੀ ਆਪਣੇ ਦੋਸਤ ਨਾਲ ਵਿਆਹ ਦੀ ਸਾਲਗਿਰਾ ਮਨਾਉਣ ਲਈ ਜਲੰਧਰ ਤੋਂ ਸਮਾਨ ਲੈ ਕੇ ਵਾਪਸ ਆ ਰਿਹਾ ਸੀ ਕਿ ਸੁਲਤਾਨਪੁਰ ਲੋਧੀ ਦੇ ਇੱਕ ਢਾਬੇ ਉੱਤੇ ਖਾਣਾ ਖਾਣ ਲਈ ਰੁਕਿਆ। ਪੁਲਿਸ ਨੂੰ ਮ੍ਰਿਤਕ ਰਵਿੰਦਰ ਦੇ ਭਰਾ ਅਮਨਦੀਪ ਵੱਲੋਂ ਦਿੱਤੇ ਬਿਆਨਾਂ ਮੁਤਾਬਿਕ ਇਸ ਦੌਰਾਨ ਉਸਦੀ ਕਿਸੇ ਨਾਲ ਤਕਰਾਰ ਹੋਈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਅੱਜ ਅਮਨਦੀਪ ਕੁਮਾਰ ਵਾਸੀ ਲੋਲਾਰੀਆ ਮਹੱਲਾ ਸੁਲਤਾਨਪੁਰ ਲੋਧੀ ਨੇ ਬਿਆਨ ਲਿਖਾਇਆ ਵੀ ਉਹ ਆਪਣੇ ਭਰਾ ਰਵਿੰਦਰ ਕੁਮਾਰ ਤੇ ਵਿਕਰਮ ਕੁਮਾਰ ਨਾਲ ਕਿਸੇ ਢਾਬੇ ਤੇ ਖਾਣਾ ਖਾਣ ਗਿਆ ਸੀ। ਕੈਨੇਡੀਅਨ ਢਾਬਾ ਆ, ਉੱਥੇ ਖਾਣਾ ਖਾਣ ਗਿਆ ਸੀ। ਉੱਥੇ ਮਾਮੂਲੀ ਤਕਰਾਰ ਹੋਇਆ ਇਹਨਾਂ ਦਾ ਹਰਪ੍ਰੀਤ ਸਿੰਘ ਨਾਲ, ਤੇ ਉਹਦਾ ਭਰਾ ਸੀ ਜਸਪਾਲ ਸਿੰਘ ਤੇ ਇੱਕ ਉਹਦਾ ਸਾਲਾ ਸੀ ਓਮਕਾਰ ਸਿੰਘ। ਉਹਨਾਂ ਨਾਲ 3-4 ਹੋਰ ਅਨਨੋਨ ਬੰਦੇ ਸੀਗੇ। ਮਾਮੂਲੀ ਤਕਰਾਰ ਤੋਂ ਬਾਅਦ ਉਹਨਾਂ ਨੇ ਆਪਣੀ ਗੱਡੀ ਜਿਹੜੀ ਆ ਉਹ ਚੜਾ ਦਿੱਤੀ ਇਹਦੇ ਉੱਪਰ, ਰਵਿੰਦਰ ਕੁਮਾਰ ਦੇ ਉੱਪਰ, ਤੇ ਉਹਦੀ ਮੌਤ ਹੋ ਗਈ ਆ। ਇੱਕ ਨਾਲ ਦੋਸਤ ਸੀਗਾ ਇਹਦਾ ਹੋਰ, ਉਹਦੇ ਸੱਟ ਲੱਗੀ ਆ। ਇਹ 302 148 149 ਇਹ ਤਹਿਤ ਮਾਮਲਾ ਦਰਜ ਕਰ ਦਿੱਤਾ ਤੇ ਦੋਸ਼ੀਆਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ। ਇਹ ਕਿੰਨੇ ਵਜੇ ਦਾ ਮਾਮਲਾ ਸਰ? ਇਹ ਕੋਈ ਅੱਜ 9:30 ਵਜੇ ਦੇ ਲਗਭਗ ਦੀ ਗੱਲ ਹੈਗੀ ਆ, ਸ਼ਾਮ ਦੀ। ਉਹਦੇ ਖਾਣਾ ਖਾਂਦੇ ਸੀਗੇ, ਉਸ ਟਾਈਮ ਇਹ ਮਾਮਲਾ ਉੱਥੇ ਹੋਇਆ। ਇਹਨਾਂ ਦਾ ਮਾਮੂਲੀ ਤਕਰਾਰ ਹੋਇਆ ਇਹਨਾਂ ਦਾ ਅੱਜ। ਇਹ ਗੱਡੀ ਦੇ ਨਾਲ ਹੀ ਹੋਇਆ ਜਾਂ ਇਹ ਗੱਡੀ ਨਾਲ ਹੋਇਆ ਜੀ। ਪਹਿਲਾਂ ਤਕਰਾਰ ਹੋਇਆ, ਫਿਰ ਇਹਨਾਂ ਗੱਡੀ ਬੈਠ ਕੇ ਗੱਡੀ ਉੱਪਰ ਚੜਾ ਦਿੱਤੀ, ਉਹਦੇ ਰੇਸ ਦੇ ਕੇ ਪੂਰੀ ਗੱਡੀ ਉੱਪਰ ਚੜਾਤੀ। ਉਹ ਥੱਲੇ ਆ ਗਿਆ ਬੰਦਾ, ਉਹਦੀ ਉੱਥੇ ਡੈਥ ਹੋ ਗਈ। ਉਹਨੂੰ ਸਿਵਲ ਹਸਪਤਾਲ ਲੈ ਕੇ ਆਏ। ਉੱਥੇ ਉਹਦੀ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਉਹਨੂੰ ਡਿਕਲੇਅਰ ਕਰਤਾ ਵੀ ਡੈਥ ਹੋ ਗਈ ਇਹਦੀ। ਮੁਹਾਲੀ ਦੇ ਥਾਣਾ ਸੁਹਾਣਾ ਅਧੀਨ ਪੈਂਦੇ ਪਿੰਡ ਭਾਗੋ ਮਾਜਰਾ ਦੇ ਨਜ਼ਦੀਕ ਦਿੱਲੀ ਧਰਨੇ ਤੋਂ ਵਾਪਸ ਪਰਤ ਰਹੇ ਕਿਸਾਨਾਂ ਦੀ ਟਰਾਲੀ ਇੱਕ ਮਿੰਨੀ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 2 ਕਿਸਾਨਾਂ ਸੁਖਦੇਵ ਸਿੰਘ ਅਤੇ ਦੀਪ ਸਿੰਘ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖਮੀ ਹੋ ਗਏ। ਜ਼ਖਮੀ ਕਿਸਾਨਾਂ ਨੂੰ ਸਿਵਲ ਹਸਪਤਾਲ ਮੁਹਾਲੀ ਅਤੇ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਾਇਆ ਗਿਆ ਹੈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਨੇ ਵਿਰੁੱਧ FIR ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਫੇੜਾ ਦੇ 2 ਕਿਸਾਨਾਂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਵੀ ਪਤਾ ਲੱਗਾ ਕਿ ਇਸ ਹਾਦਸੇ ਵਿੱਚ ਕਈ ਹੋਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੇਖੋ, ਬੇहद ਦੁਖਦਾਈ ਤੇ ਅਫਸੋਸਨਾਕ ਘਟਨਾ ਹੈ ਕਿ ਆਜ਼ਾਦ ਦੇਸ਼ ਦੇ ਵਿੱਚ ਆਪਣੇ ਹਿੱਤਾਂ ਲਈ ਲੋਕਾਂ ਨੂੰ ਇਸ ਤਰੀਕੇ ਨਾਲ ਸੰਘਰਸ਼ ਕਰਨਾ ਪੈ ਰਿਹਾ। ਇਹੀ ਬੜਾ ਅਫਸੋਸਨਾਕ ਆ। ਤੇ ਫਿਰ ਇਹਦੇ ਵਿੱਚ ਬੜੀ ਵੱਡੀਆਂ ਜਿਹੜੀਆਂ ਮੌਤਾਂ, ਮੈਂ ਕਹਿ ਸਕਦਾ ਵੀ ਸ਼ਹਾਦਤਾਂ, ਇਹ ਜਿਹੜੀਆਂ ਸੰਘਰਸ਼ਾਂ ਦੇ ਵਿੱਚ ਲੋਕ ਆਪਣੀ ਜਾਨ ਗਵਾਉਂਦੇ ਨੇ, ਉਹਨਾਂ ਨੂੰ ਅਸੀਂ ਸ਼ਹਾਦਤਾਂ ਹੀ ਕਹਿੰਦੇ ਹਾਂ। ਤੇ ਸਰਦਾਰ ਗੁਰਪ੍ਰੀਤ ਸਿੰਘ ਹੋਣੀ, ਸਰਦਾਰ ਲਾਭ ਸਿੰਘ ਹੋਣੀ, ਗੁਰਪ੍ਰੀਤ ਦੀ ਤਾਂ ਉਮਰ ਹੀ 22 ਸਾਲ ਦੀ ਸੀ। ਸੋ ਮੈਂ ਸਮਝਦਾ ਵੀ ਬੇहद ਦੁਖਦਾਇਕ ਅਫਸੋਸਨਾਕ ਸਾਡੇ ਸਫੇੜੇ ਪਿੰਡ ਦੇ ਜਿਹੜੇ ਟਰੈਕਟਰ ਆ ਰਿਹਾ ਸੀਗਾ ਕੱਲ੍ਹ, 8-10 ਹੋਰ ਜਿਹੜੇ ਸੱਜਣ ਨੇ ਉਹਦੇ ਵਿੱਚ ਜ਼ਖਮੀ ਹੋਏ ਨੇ। ਰਜਿੰਦਰਾ 'ਚ ਨੇ, ਇੱਥੇ ਅਮਰ ਹਸਪੀਟਲ 'ਚ ਨੇ, ਵਰਧਮਾਨ 'ਚ ਨੇ। ਤੇ ਮੈਂ ਜਿੱਥੇ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ। ਪਰਿਵਾਰਾਂ ਦੇ ਕਿਉਂਕਿ ਘਰ ਦੇ ਚਿਰਾਗ ਕਮਾਉਣ ਵਾਲੇ ਗਏ ਨੇ ਤੇ ਉਹਨਾਂ ਦੀ ਕਮਾਈ ਦਾ ਸਾਧਨ ਬਣਾਉਣ ਲਈ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਰੁਜ਼ਗਾਰ ਵੀ ਦਿੱਤਾ ਜਾਵੇ। ਤੇ ਜਿੱਥੋਂ ਤੱਕ ਕੇਂਦਰ ਸਰਕਾਰ ਦੀ ਗੱਲ ਆ, ਮੈਂ ਸਮਝਦਾ ਵੀ ਸਰਕਾਰਾਂ ਲੋਕ ਚੁਣਿਆ ਕਰਦੇ ਨੇ ਤੇ ਲੋਕਾਂ ਨਾਲ ਕਦੇ ਵੀ ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਜਿਹੜੀਆਂ ਅੜੀਅਲ ਵਤੀਰਾ ਬਣਾਉਂਦੀਆਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ। ਸੋ ਚੁਣਨ ਵਾਲੇ ਲੋਕਾਂ ਦੀ ਗੱਲ ਲੋਕ ਰਾਜ ਦੇ ਵਿੱਚ ਸਰਕਾਰਾਂ ਨੂੰ ਮੰਨਣੀ ਚਾਹੀਦੀ ਆ। ਸੋ ਬੇहद ਦੁਖਦਾਈ ਆ ਕਿ ਇੰਨਾ ਲੰਬੇ ਸਮਾਂ ਹੋ ਗਿਆ ਸੰਘਰਸ਼ ਨੂੰ, ਹਜੇ ਤੱਕ ਸਰਕਾਰ ਬੇਤਰਕ ਦਲੀਲਾਂ ਦੇ ਨਾਲ ਹੀ ਡੰਗ ਟਪਾਉਣ ਵਾਲਾ ਕੰਮ ਕਰ ਰਹੀ ਆ। ਇਸ ਮਸਲੇ ਨੂੰ ਲਮਕਾ ਕੇ ਇਹ ਸਮਝ ਰਹੀ ਆ ਵੀ ਸ਼ਾਇਦ ਇਹ ਹੱਲ ਹੋ ਜਾਊਗਾ। ਪਰ ਮੈਂ ਸਮਝਦਾ ਜਿੰਨਾ ਤੁਸੀਂ ਡਿਲੇ ਕਰ ਰਹੇ ਹੋ ਉਹ ਤਾਂ ਦੇਸ਼ ਜੁੜ ਰਿਹਾ ਤੇ ਇਹ ਲੋਕਾਂ ਦੇ ਜਿਹੜੇ ਮਸਲੇ ਨੇ ਕੇਵਲ ਕਿਸਾਨਾਂ ਦਾ ਨਹੀਂ ਹੈਗਾ। ਇਹ ਖੇਤੀ ਨਾਲ ਜੁੜਿਆ ਹੋਇਆ ਮਸਲਾ, ਕਿਸਾਨੀ ਨਾਲ ਜੁੜਿਆ ਹੋਇਆ ਮਸਲਾ। ਜੇ ਖੇਤੀ ਕਰਨ ਵਾਲੇ ਲੋਕ ਇਨਸਿਕਿਉਰ ਫੀਲ ਕਰਨਗੇ
ਖੇਤੀ ਇਨਸਿਕਿਉਰ ਹੋਊਗੀ ਤਾਂ ਦੇਸ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਖੇਤੀ ਛੱਡ ਦੇਣਗੇ ਤਾਂ ਭੁੱਖਮਰੀ ਦਾ ਜਿਹੜਾ ਹੈਗਾ ਆਪ ਪੈਦਾ ਹੋ ਜੂਗੀ ਤੇ ਫਿਰ ਨਾਲੇ ਮਹਿੰਗਾਈ ਆ ਜਿਹੜੀ ਕੁਦਰਤੀ ਰੂਪ ਵਿੱਚ ਅੱਜ ਪੀਡੀਐਸ ਦੇ ਵਿੱਚੋਂ ਜਿਹੜਾ ਰਾਸ਼ਨ ਮਿਲਦਾ ਉਹ ਬੰਦ ਹੋ ਜੂਗਾ। ਸੋ ਹਰ ਵਰਗ ਇਹਦੀ ਮਾਰ ਥੱਲੇ ਆਊਗਾ। ਇਸੇ ਲਈ ਅੱਜ ਕੇਵਲ ਕਿਸਾਨ ਨਹੀਂ, ਮੈਂ ਸਮਝਦਾ ਸਮੁੱਚਾ ਪੰਜਾਬ ਜਿੱਥੇ ਉੱਥੇ ਇਸ ਗੱਲ ਨੂੰ ਸਮਝ ਕੇ ਬੈਠਾ ਤੇ ਆਪਣੇ ਭਵਿੱਖ ਦੀ ਚਿੰਤਾ ਨੂੰ ਲੈ ਕੇ ਬੈਠਾ, ਉੱਥੇ ਸਮੁੱਚਾ ਦੇਸ਼ ਜੁੜ ਰਿਹਾ ਇਸ ਮਸਲੇ ਦੇ ਵਿੱਚ। ਸੋ ਦੇਸ਼ ਦੀ ਸਰਕਾਰ ਨੂੰ ਹੁਣ ਇਸ ਚੀਜ਼ ਨੂੰ ਲਮਕਾਉਣਾ ਨਹੀਂ ਚਾਹੀਦਾ, ਜਲਦੀ ਹੱਲ ਕਰਨਾ ਚਾਹੀਦਾ ਤੇ ਖਾਸ ਤੌਰ ਦੇ ਉੱਤੇ ਜਦੋਂ ਐਸੀਆਂ ਸ਼ਹਾਦਤਾਂ ਹੋਣ ਲੱਗਣ ਤਾਂ ਵੀ ਸਰਕਾਰ ਨਾਲ ਅੱਖਾਂ ਖੋਲ੍ਹੇ ਤਾਂ ਹੋਰ ਵੀ ਦੁਖਦਾਈ ਤੇ ਮੰਦਭਾਗਾ। 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 20ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਕੜਾਕੇ ਦੀ ਠੰਡ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਡਟੇ ਹੋਏ ਹਨ। ਉੱਥੇ ਇਸ ਸੰਘਰਸ਼ ਦੌਰਾਨ 20 ਦੇ ਕਰੀਬ ਕਿਸਾਨਾਂ ਦੀ ਜਾਨ ਵੀ ਜਾ ਚੁੱਕੀ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ 20 ਦਸੰਬਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ 20 ਦਸੰਬਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਦੇਸ਼ ਦੇ ਸਾਰੇ ਪਿੰਡਾਂ ਵਿੱਚ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇੰਨਾ ਹੀ ਨਹੀਂ, ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਸਾਨ ਵਿਰੋਧੀ ਰਵੱਈਆ ਸਾਰਿਆਂ ਨੂੰ ਪਰੇਸ਼ਾਨ ਕਰਨ ਵਾਲਾ ਹੈ। ਉਹਨਾਂ ਨੇ ਕਿਹਾ ਕਿ ਮੋਦੀ ਮਨ ਕੀ ਬਾਤ ਕਰਦੇ ਹਨ ਪਰ ਉਹਨਾਂ ਕੋਲ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਸਮਾਂ ਨਹੀਂ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਮੀਟਿੰਗ ਵਿੱਚ ਜਾਣ ਲਈ ਤਿਆਰ ਹਾਂ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ 40 ਲੱਖ ਕੀਮਤ ਦੀਆਂ ਨਸ਼ੀਲੀਆਂ ਗੋਲੀਆਂ ਸਮੇਤ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਕੋਲੋਂ 3,46,000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਦੀ ਮਾਰਕੀਟ ਵੈਲਿਊ 40 ਲੱਖ ਦੱਸੀ ਜਾ ਰਹੀ ਹੈ। ਇਹ ਨਸ਼ਾ ਤਸਕਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨਸ਼ਾ ਸਪਲਾਈ ਕਰਨ ਦਾ ਗੋਰਖ ਧੰਦਾ ਕਰ ਰਹੇ ਹਨ। ਪੁਲਿਸ ਨੇ ਕਾਰਵਾਈ ਕਰਦਿਆਂ ਅੱਜ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। बिल्कुल अज SSP ਅੰਮ੍ਰਿਤਸਰ रूरल श्री धूप दहिया सर की निगरानी हेठ एक ਅੰਮ੍ਰਿਤਸਰ पुलिस ਨੂੰ बहुत वड्डी कामयाबी मिली है ਜਿਹਦੇ ਵਿੱਚ 3,46,000 ਗੋਲੀਆਂ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ। ਕਤੂ ਨੰਗਲ ਥਾਣੇ 'ਚ ਪਹਿਲਾਂ ਹੀ 323 ਨੰਬਰ ਮੁਕੱਦਮਾ ਦਰਜ ਸੀਗਾ ਜਿਹਦੇ ਵਿੱਚ ਆਲਰੇਡੀ 3 ਦੋਸ਼ੀ ਅਰੈਸਟ ਹੋਏ ਸੀ ਜਿਹਦੇ ਕੋਲੋਂ 21,000 ਤੋਂ ਵੱਧ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਸੀ। ਇਹਨਾਂ ਦੇ ਬੈਕਵਰਡ ਲਿੰਕੇਜ ਨੂੰ ਅਸੀਂ ਫੋਲੋ ਕਰਦੇ ਦਿੱਲੀ ਵਾਲੀ ਸਾਈਡ ਅਸੀਂ ਪਹੁੰਚ ਗਏ ਸੀ ਤੇ ਸਾਨੂੰ ਜਿਹੜੀ ਇਨਵੈਸਟੀਗੇਸ਼ਨ ਦਾ ਪਤਾ ਚੱਲਿਆ ਕਿ ਕੁਝ ਲੋਕ ਹੈਗੇ ਆ ਇਸ ਮੋਡਿਊਲ ਦੇ ਤਹਿਤ ਹੀ ਹੋਰ ਵੀ ਨਸ਼ੀਲੀ ਗੋਲੀਆਂ ਅੰਮ੍ਰਿਤਸਰ ਸਾਈਡ ਲੈ ਕੇ ਆ ਰਹੇ ਨੇ ਫਰਦਰ ਡਿਸਟ੍ਰੀਬਿਊਸ਼ਨ ਦੇ ਲਈ। ਇਮੀਡੀਏਟਲੀ ਕਾਰਵਾਈ ਕਰਦੇ ਹੋਏ SHO ਕਥੂ ਨੰਗਲ ਨੇ ਟਰੈਪ ਲਗਾਇਆ ਤੇ ਇਨਫੋਰਮੇਸ਼ਨ ਸੀਗੀ ਕਿ ਇਹ ਪ੍ਰਾਈਵੇਟ ਬੱਸ ਦੇ ਵਿੱਚ ਇਹ ਸਾਰੀ ਨਸ਼ੀਲੀ ਗੋਲੀਆਂ ਲੈ ਕੇ ਆ ਰਹੇ ਨੇ। ਇਹਨਾਂ ਨੂੰ ਮੌਕੇ ਤੋਂ ਹੀ ਜਿਹੜਾ ਫਸਲ ਜ਼ਾਬਤਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹੜੇ 3 ਦੋਸ਼ੀ ਹੈਗੇ ਆ ਨਵਜੋਤ ਸਿੰਘ, ਇੱਕ ਦਿਲਪ੍ਰੀਤ ਸਿੰਘ ਤੇ ਇੱਕ ਹੋਰ ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਕੋਲੋਂ 3,46,000 ਗੋਲੀਆਂ ਜਿਹੜੀ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਜਿਨ੍ਹਾਂ ਦੀ ਅਪਰੋਕਸੀਮੇਟ ਵੈਲਿਊ 40 ਲੱਖ ਤੋਂ 50 ਲੱਖ ਰੁਪਏ ਹੈਗੀ ਹੈ। ਇਹ ਇਹਨਾਂ ਦੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਕਿ ਗੁਰਦਾਸਪੁਰ ਏਰੀਆ, ਅੰਮ੍ਰਿਤਸਰ ਏਰੀਆ, ਬਟਾਲਾ ਤੇ ਲਾਗੇ ਦੇ ਜਿਹੜੇ ਜ਼ਿਲ੍ਹੇ ਹੈ ਉੱਥੇ ਇਹ ਜਿਹੜਾ ਸਿੰਥੈਟਿਕ ਡਰੱਗਸ ਹੈਗੀ ਨਸ਼ੀਲੀ ਗੋਲੀਆਂ ਇਹ ਸਪਲਾਈ ਕਰਦੇ ਸੀਗੇ। ਇਹਨਾਂ ਦੀ ਫਰਦਰ ਜਿਹੜੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਪ੍ਰੋਡਕਸ਼ਨ ਯੂਨਿਟਸ ਹੈਗੇ ਆ ਦਿੱਲੀ 'ਚ ਜਾਂ ਆਗਰਾ ਵਾਲੀ ਸਾਈਡ ਉੱਥੇ ਇਹਨਾਂ ਦੇ ਲਿੰਕੇਜਸ ਆ ਰਹੇ ਹੈ ਤੇ ਗੈਰ ਕਾਨੂੰਨੀ ਤਰੀਕੇ ਨਾਲ ਇਹ ਪਿਲਫਰੇਜ ਕਰਕੇ ਇਹ ਕਿਤੇ ਬਾਹਰੋਂ-ਬਾਹਰ ਸ਼ਹਿਰ ਤੇ ਬਾਹਰੋਂ-ਬਾਹਰ ਹੀ ਇਹ ਚੀਜ਼ਾਂ ਵੀ ਸਪਲਾਈ ਕਰਦੇ ਸੀ। ਉਹਨਾਂ ਦੀ ਵੀ ਸਾਡੇ ਕੋਲ ਲੀਡਸ ਹੈਗੀ ਹੈ ਤੇ ਉਹਨਾਂ ਦੀ ਵੀ ਅਸੀਂ ਜਿਹੜਾ ਤਫਤੀਸ਼ ਦੇ ਵਿੱਚ ਉਹਨਾਂ ਦੀ ਵੀ ਅਸੀਂ ਘੋਖ ਕਰਾਂਗੇ। ਇਹਨਾਂ ਨੂੰ ਕੱਲ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਅੱਜ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਹਦੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਵਾਂਗੇ। ਕੁਝ ਗੱਡੀ ਬਰਾਮਦ ਹੋਈ ਇਹਨਾਂ ਦੀ? ਬਿਲਕੁਲ, ਇਹਨਾਂ ਕੋਲੋਂ ਜੀ 2 ਗੱਡੀਆਂ ਵੀ ਬਰਾਮਦ ਹੋਈਆਂ, ਇੱਕ ਕਰੇਟਾ ਕਾਰ ਤੇ ਇੱਕ ਵੈਂਟੋ, 2 ਗੱਡੀਆਂ ਇਹਨਾਂ ਤੋਂ ਬਰਾਮਦ ਹੋਈਆਂ। ਕਿੰਨੀ ਦੇਰ ਤੋਂ ਸਪਲਾਈ ਕਰਦੇ ਆ ਰਹੇ? ਇਹ ਹਜੇ ਇਹ ਗੱਲ ਅਸੀਂ ਇਹਦੀ ਘੋਖ ਕਰ ਰਹੇ ਹੈਗੇ ਆ ਤੇ ਇਹਦਾ ਵੀ ਅਸੀਂ ਤੁਹਾਨੂੰ ਛੇਤੀ ਜਵਾਬ ਦੇਵਾਂਗੇ। ਹੁਣ ਕੀ ਮਾਮਲਾ ਦਰਜ ਕੀਤਾ? ਇਹ ਪੁਰਾਣੇ ਮੁਕੱਦਮੇ ਤੇ ਵਿੱਚ ਦੀ ਫਰਦਰ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਸਾਹਮਣੇ ਆਇਆ 323 ਨੰਬਰ ਜਿਹੜਾ ਮੁਕੱਦਮਾ ਸੀ ਆਲਰੇਡੀ NDPS ਐਕਟ ਦੇ ਤਹਿਤ ਉਹਦੀ ਹੀ ਬੈਕਵਰਡ ਲਿੰਕੇਜ ਦੇ ਵਿੱਚ ਇਹ ਰਿਕਵਰੀ ਹੋਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅੱਜ ਲੁਧਿਆਣਾ ਵਿੱਚ ਇੱਕ ਵਿਸ਼ੇਸ਼ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਜਿੱਥੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਭਿਖਾਰੀ ਬਣਾਉਣ ਵਿੱਚ ਲੱਗੀ ਹੋਈ ਹੈ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਪੰਜਾਬ ਸਰਕਾਰ ਵੀ ਪੂਰਾ ਸਮਰਥਨ ਦੇ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਕੇਂਦਰ ਸਰਕਾਰ ਕਿਸਾਨਾਂ ਨੂੰ MSP ਦਿੰਦੀ ਹੈ ਪਰ ਉਹ ਨਾ ਮਾਤਰੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਤੇ ਗੌਰ ਕਰਨੀ ਚਾਹੀਦੀ ਹੈ। किसान धरने पे दिल्ली में बैठे हैं और पिछले 15-20 दिन से बड़ा ज़बरदस्त प्रोटेस्ट चल रहा है और उसमें हमारी सरकार भी किसानों के साथ है। कहता कल हमारी पार्टी ने बड़ी तगड़ा प्रोटेस्ट किया वहाँ पे शम्भू एरिया पे, तो बहुत ही हज़ारों की तादाद में लोग वहाँ पहुँचे
और पूरे पंजाब के लोगों के अंदर रोष भी इस चीज़ का है कि जो पंजाब पहले पूरे हिंदुस्तान को फूड पूल में अपना 50-50 का डालता था, आज उसको पखारी बनाने जा रही है सेंट्रल गवर्नमेंट। जोड़े एक 3 काले कानून हैं जो हमारे डेथ वारंट की तरह हैं, क्योंकि पंजाब का किसान खुशहाली है तो पंजाब ये MSP करके है, ग्रांटेड ऑफ सिक्योरिटी अपनी प्रोक्योरमेंट दी है, इस करके जेकर आप इसको बंद कर देंगे तो किसान की इवन सारे पंजाब की इकॉनमी डावाडोल हो जाएगी। पर सेंट्रल सरकार कह रही है कि हमने तो मान लिया है MSP रहेगी, मतलब अमेंडमेंट करने के लिए MSP तो मक्की में भी है, MSP तो मक्की में भी है, लेकिन कहाँ वो इम्प्लीमेंट होती है। लेकिन जो गारंटी है उसका फूड को उठाने की, जब जो जितने वीट है राइस है वो क्या देते हैं, वो लिख के देंगे हम, लेकिन किसान लिख के पार्लियामेंट में लेके आए तो बहुत मान लेंगे। जैसे जहाँ उन्होंने कानून पास किया वही करेंगे, लेकिन किसान तो मानने के लिए तैयार नहीं है, वो करेगी कैंसिल ही करेंगे। भरोसा नहीं रहा ना। जैसे GST का उन्होंने जो भरोसा दिया था वो भी कॉन्स्टिट्यूशनल आपका क्या था पार्लियामेंट में दिया था, लेकिन वो भी उन्होंने निभाया नहीं, वो भी हमारा 10,000 करोड़ पर रोके बैठे हुए हैं। नितिन गडकरी ने कल कहा है कि हमारी पंजाब से रिपोर्ट आई है कि साहब कांग्रेस की सरकार इसके पीछे है, वो सब करा रही है। पंजाब की सरकार कुछ नहीं करवा रही, पूरा पंजाब उनके पीछे है। और जिस तरह से बयान आ रहे हैं कुछ MPs के, रवनीत सिंह बिट्टू का बयान आया कि हमारे पैरों तले ज़मीन निकल गई कि चीफ मिनिस्टर सेटिंग करके आए हैं वहाँ BJP मंत्रियों से। कौन बोल रहा है? ये आपके रवनीत सिंह बिट्टू। उनसे पूछिए, मैं वो जहाँ के आपके MP हैं उनसे बात पूछ लेना। लेकिन हमारे CM साहब का सीधा विधानसभा में 3 हमने जो काले कानून थे उनको रद्द किया है। हमने पहले पानी बरस जो था वो रद्द किया था हमारे, ऐसी कोई बात नहीं। हमारे CM साहब तो हमेशा किसानी के पक्ष में रहे हैं, और अब जब सरकार उनकी अगुवाई में पंजाब में बनी है तो किसान ने ओवरऑल पंजाब ने भी तरक्की की है। ਪੰਜਾਬ ਪੁਲਿਸ ਵੱਲੋਂ ਖਾਲਿਸਤਾਨੀ ਸਰਗਰਮੀਆਂ ਨਾਲ ਸੰਬੰਧਿਤ ਪਾਕਿਸਤਾਨ ਆਧਾਰਿਤ ਤਸਕਰਾਂ ਸਮੇਤ ਅੰਤਰਰਾਸ਼ਟਰੀ ਨੈਟਵਰਕ ਰਾਹੀਂ ਸਰਹੱਦੋਂ ਪਾਰੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਮੋਡਿਊਲ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਖਬੀਰ ਸਿੰਘ ਉਰਫ ਲੱਖਾ ਤੇ ਬਚਿੱਤਰ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵਿਸ਼ੇਸ਼ ਸੂਹ ਰਾਹੀਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਤੋਂ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ 4 ਨਸ਼ਾ ਤਸਕਰਾਂ ਸਮੇਤ ਉਹਨਾਂ ਦੇ ਸਾਥੀਆਂ ਦਾ ਪਤਾ ਲਗਾਇਆ ਜਾ ਸਕੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਕਿਸਾਨਾਂ ਨੂੰ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ਤੇ ਜੁੜੇ ਕਿਸਾਨਾਂ ਨੂੰ ਕੁਰਾਹੇ ਪਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖੇਤੀ ਸੁਧਾਰ ਉਸੇ ਰੂਪ ਵਿੱਚ ਲਾਗੂ ਕੀਤੇ ਜਾ ਰਹੇ ਹਨ ਜਿਵੇਂ ਕਿਸਾਨ ਜਥੇਬੰਦੀਆਂ ਤੇ ਵਿਰੋਧੀ ਧਿਰਾਂ ਮੰਗ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਕਲਿਆਣ ਲਈ ਵਚਨਬੱਧ ਹੈ ਤੇ ਉਨ੍ਹਾਂ ਦੇ ਤੌਖਲਿਆਂ ਨੂੰ ਦੂਰ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਖੇਤੀ ਸੁਧਾਰ ਕਾਨੂੰਨ ਆਪਣੀ ਹਕੂਮਤ ਵਿੱਚ ਨਹੀਂ ਲਿਆ ਸਕੇ ਉਹ ਹੁਣ ਕਿਸਾਨਾਂ ਨੂੰ ਕੁਰਾਹੇ ਪਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਤੇ ਨਿਸ਼ਾਨੇ ਵੀ ਵਿੰਨੇ। दिल्ली के आसपास किसानों को भ्रमित करने की बड़ी साजिश चल रही है। उन्हें डराया जा रहा है कि नए कृषि सुधारों के बाद किसानों की जमीन पर दूसरे कब्जा कर लेंगे। भाइयों बहनों, मैं आपसे जानता हूं, क्या कोई डेयरी वाला आपसे दूध लेने का कॉन्ट्रैक्ट करता है तो आपकी गाय भैंस ले जाता है क्या? कोई फल सब्जी खरीदने का उद्यम करता है तो क्या आपकी जमीन ले जाता है, क्या आपकी प्रॉपर्टी उठा के ले जाता है क्या? साथियों, हमारे देश में डेयरी उद्योग का योगदान कृषि अर्थव्यवस्था के कुल मूल्य में 25% से भी ज्यादा है। ये योगदान करीब करीब 8 लाख करोड़ रुपए होता है। दूध उत्पादन का कुल मूल्य अनाज और दाल के कुल मूल्य से भी ज्यादा होता है। इस व्यवस्था में पशुपालकों को आजादी मिली हुई है। आज देश पूछ रहा है कि ऐसी ही आजादी अनाज और दाल पैदा करने वाले छोटे और सीमांत किसानों को क्यों नहीं मिलनी चाहिए? साथियों, हाल में हुए कृषि सुधारों की मांग बरसों से की जा रही थी। अनेक किसान संगठन भी पहले ही मांग करते थे कि अनाज को कहीं पर भी बेचने का विकल्प दिया जाए। आज जो लोग विपक्ष में बैठकर किसानों को भ्रमित कर रहे हैं, वो भी अपनी सरकार के समय इन कृषि सुधारों के समर्थन में थे, लेकिन अपनी सरकार के रहते
वो निर्णय नहीं ले पाए, किसानों को झूठे दिलासे देते रहे। आज जब देश ने यह ऐतिहासिक कदम उठा लिया तो यही लोग किसानों को भ्रमित करने में जुट गए हैं। मैं अपने किसान भाई बहनों से फिर एक बार कह रहा हूं, बार बार दोहराता हूं कि उनकी हर शंका के समाधान के लिए सरकार 24 घंटे तैयार है। किसानों का हित पहले दिन से हमारी सरकार की सर्वोच्च प्राथमिकताओं में से एक रहा है। खेती पर किसानों का खर्च कम हो, उन्हें नए नए विकल्प मिले, उनकी आय बढ़े, किसानों की मुश्किलें कम हो, इसके लिए हमने निरंतर काम किया है। मुझे विश्वास है हमारी सरकार की ईमानदार नीयत, हमारी सरकार के ईमानदार प्रयास, और जिसको करीब करीब पूरे देश ने आशीर्वाद दिए हैं, देश के हर कोने के किसानों ने आशीर्वाद दिए हैं। मुझे विश्वास है कि किसानों के आशीर्वाद की ये ताकत, देश भर के किसानों के आशीर्वाद की ताकत, जो भ्रम फैलाने वाले लोग हैं, जो राजनीति करने पर तुले हुए लोग हैं, जो किसानों के कंधे पर बंदूकें फोड़ रहे हैं, देश के सारे जागरूक किसान उनको भी परास्त करके रहेंगे। ਦੁਨੀਆ ਵਿੱਚ ਸੋਸ਼ਲ ਮੀਡੀਆ ਦੇ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਫੇਸਬੁੱਕ ਦਾ ਫਿਊਲ ਫॉर ਇੰਡੀਆ 2020 ਨਾਮੀ ਇਵੈਂਟ ਸ਼ੁਰੂ ਹੋ ਚੁੱਕਾ ਹੈ। ਅੱਜ ਇਸ ਇਵੈਂਟ ਦਾ ਪਹਿਲਾ ਸੈਸ਼ਨ ਹੋ ਰਿਹਾ ਹੈ, ਜਦਕਿ 16 ਦਸੰਬਰ ਨੂੰ ਵੀ ਇਸ ਇਵੈਂਟ ਨਾਲ ਜੁੜੇ ਕੁਝ ਹੋਰ ਸੈਸ਼ਨ ਹੋਣਗੇ। ਫੇਸਬੁੱਕ ਪਲੇਟਫਾਰਮ ਤੇ ਪ੍ਰਸਾਰਿਤ ਹੋ ਰਹੇ ਇਸ ਪ੍ਰੋਗਰਾਮ ਵਿੱਚ ਫੇਸਬੁੱਕ ਦੇ CEO ਮਾਰਕ ਜ਼ੁਕਰਬਰਗ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਵੱਲੋਂ ਸੰਬੋਧਿਤ ਕੀਤਾ ਗਿਆ। ਇਸ ਦੌਰਾਨ ਦੋਹਾਂ ਵੱਲੋਂ ਭਾਰਤ ਦੇ ਆਰਥਿਕ ਵਾਧੇ ਨੂੰ ਤੇਜ਼ ਕਰਨ ਵਿੱਚ ਡਿਜੀਟਲੀਕਰਨ ਅਤੇ ਛੋਟੇ ਕਾਰੋਬਾਰਾਂ ਦੀ ਭੂਮਿਕਾ ਤੇ ਚਰਚਾ ਹੋਈ। We talked briefly about how there's a big trend of financial inclusion ahead, and how the ease of payments is going to be such a big deal for commerce and giving people self-reliance and kind of control of their own destiny, and a lot of that is we just launched WhatsApp payments in India last month. So now you can send money to your friends and family through WhatsApp as easily as sending a message, and it's that was possible because of the UPI system that has been built in India, a unified payments interface. It makes it easy for anyone to instantly accept payments across different apps. I think we're working with 140 banks, or it's supported by 140 banks out of the gate. And India is the first country in the world to do anything like this, and it's so we're grateful to be able to support this kind of innovation, to help to work to create more prosperity and help achieve a more digital India. ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਹਰੀਕੇ ਝੀਲ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨੇ ਹਰੀਕੇ ਝੀਲ ਦੇ ਵੱਖ-ਵੱਖ ਖੇਤਰਾਂ ਦਾ ਜਾਇਜ਼ਾ ਲਿਆ ਤੇ ਝੀਲ ਤੇ ਆਏ ਪ੍ਰਵਾਸੀ ਪੰਛੀਆਂ ਦਾ ਨਜ਼ਾਰਾ ਵੀ ਮੋਟਰ ਬੋਟ ਰਾਹੀਂ ਨਜ਼ਦੀਕ ਤੋਂ ਮਾਣਿਆ। ਇਸ ਮੌਕੇ ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਾਹਿਬ ਗਿੱਲ ਵੀ ਉਹਨਾਂ ਦੇ ਨਾਲ ਸਨ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਹਰੀਕੇ ਝੀਲ ਤੇ ਪੁੱਜਣ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗੁਲਦਸਤੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ। ਇਸ ਦੌਰੇ ਦੌਰਾਨ ਸਾਧੂ ਸਿੰਘ ਧਰਮਸੋਤ LMB ਬੰਚੂਰੀਆਂ ਤੋਂ ਹੋ ਕੇ ਲੱਕੜ ਵਾਲੀ ਚੈੱਕ ਪੋਸਟ ਤੋਂ ਮੋਟਰ ਬੋਟ ਰਾਹੀਂ ਝੀਲ ਵਿੱਚ ਗਏ ਅਤੇ ਅਟਖੇਲੀਆਂ ਕਰਦੇ ਹੋਏ ਪੰਛੀਆਂ ਦਾ ਨਜ਼ਾਰਾ ਤੱਕਿਆ। ਇਸ ਤੋਂ ਇਲਾਵਾ ਉਹਨਾਂ ਵੱਲੋਂ ADB ਫੰਡ ਪ੍ਰੋਜੈਕਟ ਅਧੀਨ ਹਾਲ ਹੀ ਵਿੱਚ ਵਿਕਸਿਤ ਬੁਨਿਆਦੀ ਢਾਂਚੇ ਦਾ ਦੌਰਾ ਕੀਤਾ, ਜਿਸ ਵਿੱਚ ਇੰਟਰਪ੍ਰੀਟੇਸ਼ਨ ਸੈਂਟਰ, ਸੈਲਾਨੀਆਂ ਲਈ ਕੈਫੇਟੇਰੀਆ, ਵਾਚ ਟਾਵਰ ਆਦਿ ਨੂੰ ਦੇਖਿਆ। ਉਹਨਾਂ ਨੇ ਭਵਿੱਖ ਵਿੱਚ ਹਰੀਕੇ ਜੰਗਲੀ ਜੀਵ ਸੈਂਚਰੀ ਵਿਖੇ ਇਕੋ ਟੂਰਿਜ਼ਮ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਤੇ ਚਾਨਣਾ ਪਾਇਆ। ਇਸ ਉਪਰੰਤ ਉਹਨਾਂ ਨੇ ਨੋਜ਼ ਪੁਆਇੰਟ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਝੀਲ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਹੱਟ ਬਣਾਏ ਜਾਣ ਤਾਂ ਜੋ ਸੈਲਾਨੀ ਇੱਥੇ ਰੁਕਣ ਅਤੇ ਸੈਲਾਨੀਆਂ ਦੇ ਝੀਲ ਤੇ ਆਉਣ ਨਾਲ ਇਲਾਕੇ ਵਿੱਚ ਵੀ ਰੋਜ਼ਗਾਰ ਵਧੇਗਾ। ਅੱਜ ਦੇਖਣ ਆਇਆ ਇੱਥੇ ਵਿਦੇਸ਼ਾਂ ਤੋਂ ਕਿਤੋਂ ਪੰਛੀ ਸਾਡੇ ਆਏ ਨੇ ਔਰ ਪੰਛੀਆਂ 'ਚ ਕਿੰਨਾ ਵਾਧਾ ਹੋਇਆ। ਪਹਿਲੇ ਸਾਲ ਨਾਲੋਂ ਘੱਟ ਆ ਰਹੇ ਨੇ, ਵੱਧ ਆ ਰਹੇ ਨੇ। ਔਰ ਜਿਵੇਂ ਕਹਿ ਦਈਏ ਕਿਸੇ ਇਨਸਾਨ ਦੀ ਜਾਂ ਪ੍ਰਾਹੁਣਚਾਰੀ ਹੁੰਦੀ ਹੈ
ਇਹ ਜਿਹੜੇ ਵਿਦੇਸ਼ਾਂ ਤੋਂ ਪੰਛੀ ਆਉਂਦੇ ਹੈ ਜੀ ਇਹਦਾ ਖਿਆਲ ਰੱਖਣਾ ਸਾਡਾ ਮਹਿਕਮੇ ਦਾ ਕੰਮ ਹੈ। ਔਰ ਇੱਥੇ ਆ ਕੇ ਵੇਖਿਆ ਪੂਰਾ ਡਿਪਾਰਟਮੈਂਟ ਲੱਗਿਆ ਹੋਇਆ ਔਰ ਕੱਲੇ ਪੰਛੀ ਦੀ ਗਿਣਤੀ ਹੈ ਤਕਰੀਬਨ 55,000 ਪੰਛੀ ਇਸ ਵਾਰ ਆ ਚੁੱਕੇ ਨੇ ਔਰ ਉਮੀਦ ਹੈ ਕਿ जनवरी तक आने हैं। 1 लाख तो उपर जो बाहरों जानवर आते हैं। कुछ पंछियों की प्रजातियां जिहड़ियां विलुप्त होंदी जा रही हैं उन्हें देखभाल वास्ते की कर रहे हैं महकमा? वो महकमा कर रहा है, पूरी तरह कर रहा है। उन्हें देखभाल करनी, उन्हों का ख्याल रखना, कोई शिकार ना करते उन्हों का जी। समय समय पर कोई डैड पिया दिखता है ਉਹਦਾ ਪਤਾ ਲਗਾਉਣਾ ਵੀ ਕਿਉਂ ਡੈਡ ਹੋਇਆ ਹੈ, ਕਿਉਂ ਮਰਿਆ ਇਹ, ਉਹਨਾਂ ਦਾ ਖਿਆਲ ਰੱਖਣਾ ਸਾਡਾ ਫਰਜ਼। ਮੰਤਰੀ ਸਾਹਿਬ ਜਿਵੇਂ ਪੰਛੀ ਹਰ ਸਾਲ ਆਉਂਦੇ ਆ, ਲੋਕ ਵੀ ਆਉਂਦੇ ਆ, ਪਰ ਇਹਦੀ ਡਿਵੈਲਪਮੈਂਟ ਬਾਰੇ ਕੁਛ ਨਹੀਂ, ਬੜੇ ਪਲਾਨ ਬਣੇ ਆ, ਸਭ ਕਾਗਜ਼ਾਂ 'ਚ। ਪਲਾਨ ਤਾਂ ਦੇਖੋ ਗੱਲ ਇਹ ਹੈ, ਇਹ ਵਾਈਲਡ ਲਾਈਫ ਹੈ, ਇਹ ਕੋਈ ਬਿਜ਼ਨਸ ਦਾ ਧੰਦਾ ਤਾਂ ਹੈ ਨਹੀਂ। ਅਸੀਂ ਬਿਜ਼ਨਸ ਦਾ ਧੰਦਾ ਨਹੀਂ ਹੈ, ਇਹਨੂੰ ਅਸੀਂ ਸੋਚ ਰਹੇ ਹਾਂ। ਮੇਰੇ ਸਾਹਿਬ ਦੱਸ ਰਹੇ ਨੇ, ਉਹਨਾਂ ਕਿਹਾ ਕਿ ਸਾਰਾ ਪਤਾ ਕਰਕੇ ਦੱਸੋ। ਸਾਡੇ ਮਹਿਕਮੇ ਦੇ ਅਫਸਰ ਨੇ ਨਾਲ ਇੱਥੇ, ਜਿੱਥੇ ਕਿਤੇ ਜਗ੍ਹਾ ਹੈ, ਜਿਵੇਂ ਅਸੀਂ ਮੈਂ ਸੋਚ ਰਿਹਾ ਕਿ ਨੇੜੇ ਤੇੜੇ ਕਿਤੇ ਕੋਈ ਹੱਟ ਟੁੱਟ ਪੈ ਜਾਣ ਜੀ, ਬਾਹਰੋਂ ਲੋਕ ਆ ਕੇ ਇੱਥੇ ਦਾ ਨਜ਼ਾਰਾ ਦੇਖਣ। ਸਰ 2018 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਬਰਡ ਸੈਂਚੁਰੀ ਨੂੰ 150 ਕਰੋੜ ਰੁਪਇਆ ਦੇਣ ਦਾ ਜੀ, ਉਹ ਅਜੇ ਤੱਕ ਨਹੀਂ ਮਿਲਿਆ ਜੀ। चलो वो मिल जाएगा। नहीं साहब के टाइम पे 15 करोड़ का जो है वो बजटरी अलॉटमेंट हो चुके हैं और इस साल जो है ना सारे साल जो है ना साहब के समय पे दे दिए हैं। कुछ प्रोजेक्ट बन के तैयार हो गए, टूरिस्ट प्लेस भी वेट कर रहे हैं जा रहे आगे सरकार दी की प्लान है? नहीं ये टूरिस्ट का महकमा तो नहीं है, पर फिर भी ਅਸੀਂ देख रहे एक दो जगह जिवें एमएलए साहब ने मैंने दस्सिया ਅਸੀਂ ਜਿਹੜੀ ਸਾਈਡ ਤੇ ਚੱਲ ਸਕਦਾ ਕਰੂਜ਼ ਵਗੈਰਾ ਜਾਂ ਠਹਿਰਨ ਵਾਸਤੇ ਲੋਕਾਂ ਦੇ ਹੱਟ ਵਗੈਰਾ ਬਣਾਉਣ ਵਾਸਤੇ ਅਸੀਂ ਸੋਚ ਰਹੇ ਹਾਂ, ਜ਼ਰੂਰ ਜਲਦੀ ਕਰਾਂਗੇ। ਮੰਤਰੀ ਸਾਹਿਬ 3 ਮਹੀਨੇ ਸਿਰਫ ਪੰਛੀ ਆਉਂਦੇ ਆ ਜੀ ਟੂਰਿਸਟ ਵੇਖਣ ਵਾਸਤੇ, ਲੇਕਿਨ ਕਰੋਨਾ ਕਰਕੇ ਬੈਨ ਆ, ਤੇ ਇਹਦੇ ਲਈ ਕੋਈ ਟੂਰਿਸਟ ਵਾਸਤੇ ਕੋਈ ਦੇਖੋ ਜੇ ਕਰੋਨਾ ਦਾ ਬੈਨ ਕੀਤਾ ਤਾਂ ਲੋਕਾਂ ਦੇ ਭਲੇ ਵਾਸਤੇ ਕੀਤਾ, ਸਰਕਾਰ ਨੂੰ ਕੋਈ ਸ਼ੌਕ ਨਹੀਂ ਹੈ। ਨਹੀਂ ਬਾਕੀ ਵੀ ਖੁੱਲ੍ਹਾਂ ਦਿੱਤੀਆਂ ਹੀ ਆ ਜੀ, ਬਾਕੀ ਜਗ੍ਹਾ ਵੀ ਬਾਕੀ ਖੁੱਲ੍ਹਾ ਵੀ ਇੱਥੇ ਵੀ ਦੇਖ ਕੇ ਅਸੀਂ ਮੇਰੇ ਖਿਆਲ ਅਸੀਂ ਉਹ ਚਲਾਤਾ ਛੱਤਬੀੜ ਅਸੀਂ ਚਲਾਤਾ, ਜੂ ਚਲਾਤੀ ਉੱਥੇ, ਇਹ ਵੀ ਜਲਦੀ ਚਲਾ ਦਾਂਗੇ। ਐਸਟੀਐਫ ਲੁਧਿਆਣਾ ਰੇਂਜ ਨੇ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਰਾਣੋ ਅਤੇ ਉਸਦੇ ਸਾਥੀ ਰਵੇਸ਼ ਸਿੰਘ ਤੇ ਰਣਦੀਪ ਸਿੰਘ ਨੂੰ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦਾ ਹੈ। ਇਸ ਦੌਰਾਨ ਗੁਰਦੀਪ ਸਿੰਘ ਰਾਣੋ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਸਦੇ 2 ਹੋਰ ਸਾਥੀ ਰਵਿੰਦਰ ਸਿੰਘ ਸ਼ੈਂਟੀ ਅਤੇ ਕੇਵਲ ਕ੍ਰਿਸ਼ਨ ਜੋ ਕਿ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਬੰਦ ਹਨ, ਜੇਲ੍ਹ ਦੇ ਅੰਦਰੋਂ ਹੀ ਗੁਰਦੀਪ ਸਿੰਘ ਰਾਣੋ ਦੇ ਨਸ਼ੇ ਦੇ ਕਾਰੋਬਾਰ ਨੂੰ ਚਲਾ ਰਹੇ ਸਨ। ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਹੈ ਕਿ ਪੁੱਛ ਪੜਤਾਲ ਵਿੱਚ ਗੁਰਦੀਪ ਸਿੰਘ ਰਾਣੋ ਦੀ ਨਿਸ਼ਾਨਦੇਹੀ ਤੇ ਅੱਜ ਕਰਨੈਲ ਸਿੰਘ ਨਗਰ ਦੁਗਰੀ ਤੋਂ 418 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ, ਜੋ ਕਿ ਉਸਨੇ ਇੱਕ ਇਨੋਵਾ ਕਾਰ ਵਿੱਚ ਲੁਕਾ ਕੇ ਰੱਖੀ ਹੋਈ ਸੀ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 2 ਕਰੋੜ ਰੁਪਏ ਦੱਸੀ ਜਾਂਦੀ ਹੈ। ਅਸੀਂ ਇੱਕ ਮੁਕੱਦਮਾ ਨੰਬਰ 144 ਨੰਬਰ ਮੁਕੱਦਮਾ 2910 ਜਿਹੜਾ 2020 ਨੂੰ ਜਿਹੜਾ ਮਨਜੀਤ ਸਿੰਘ ਮੰਨਾ ਵਗੈਰਾ ਦੇ ਖਿਲਾਫ ਦਰਜ ਕੀਤਾ ਸੀਗਾ। ਮਿਤੀ 1/11 ਨੂੰ ਅਸੀਂ ਮਨਜੀਤ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਸੀ ਤੇ ਨਾਲ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਕੁੱਲ 3 ਦੋਸ਼ੀਆਂ ਤੋਂ ਅਸੀਂ ਪਹਿਲਾਂ 31 ਕਿਲੋ ਹੈਰੋਇਨ, 6 ਕਿਲੋ ਤੇ ਆਈਸ ਤੇ 2 ਕਿਲੋ ਨਸ਼ੀਲਾ ਪਾਊਡਰ ਜਿਹੜਾ ਬਰਾਮਦ ਕੀਤਾ ਸੀ ਉਹਨਾਂ ਤੋਂ। ਉਹਨਾਂ ਦੀ ਪੁੱਛਗਿੱਛ ਦੇ ਤੋਂ ਬਾਅਦ ਜਿਹੜਾ ਇਹ ਸਰਪੰਚ ਜਿਹੜਾ ਇਹ ਗੁਰਦੀਪ ਸਿੰਘ ਆ ਤੇ ਉਹਦਾ ਸਾਥੀ ਰਵੇਸ਼ ਸਿੰਘ ਤੇ ਰਣਦੀਪ ਸਿੰਘ ਉਰਫ ਰਣੀਆ, ਇਹਨਾਂ ਨੂੰ ਅਸੀਂ 10/11/2020 ਨੂੰ ਮੁਕੱਦਮੇ 'ਚ ਨਾਮਜ਼ਦ ਕੀਤਾ ਸੀਗਾ। ਹੁਣ ਇਹਨਾਂ ਨੂੰ ਅਸੀਂ 10 ਤਰੀਕ ਨੂੰ ਜੇਲ੍ਹ 'ਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਇਹਨਾਂ ਨੂੰ ਜਿਹੜੀ ਇਹ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦੀ ਜਿਹੜੀ ਇਹ ਗ੍ਰਿਫਤਾਰੀ ਪਾਈ ਆ ਤੇ ਇਹਨਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਇਹ ਹਾਸਲ ਕੀਤਾ ਗਿਆ ਸੀਗਾ। ਤੇ ਨਾਲ ਹੀ ਅਜੀਤ ਖਬਰਾਂ ਦਾ ਬੁਲੇਟਿਨ ਅਤੇ ਹੀ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ, ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV।
ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।